ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਪੀਐਸਟੈਟ 1 ਔਰ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਅਸੀਂ ਡਿਸਕਸ ਕਰਾਂਗੇ ਜੀ CDP ਦਾ ਪੰਜਾਬੀ ਔਰ ਇੰਗਲਿਸ਼ ਦਾ ਸਿਲੇਬਸ ਜੀ, ਕਿਉਂਕਿ 90 ਨੰਬਰ ਦਾ ਜਿਹੜਾ ਪੇਪਰ ਹੈ ਉਹਦਾ ਸਿਲੇਬਸ ਬਿਲਕੁਲ ਸੇਮ ਹੈ ਜੀ ਪੀਐਸਟੈਟ 1 ਔਰ 2 ਦੇ ਲਈ। ਉਸ ਤੋਂ ਬਾਅਦ ਜਿਹੜਾ ਉੱਪਰਲੇ 60 ਨੰਬਰ ਦਾ ਪੇਪਰ ਹੈ, ਕਿਉਂਕਿ 150 ਨੰਬਰ ਦਾ ਪੇਪਰ ਟੋਟਲ ਜਿਹੜਾ ਹੋਣਾ, ਔਰ ਉੱਪਰਲਾ ਜਿਹੜਾ 60 ਨੰਬਰ ਦਾ ਪੇਪਰ ਹੈ ਉਹ ਪੀਐਸਟੈਟ 1 ਦੇ ਵਿੱਚ ਜਿਹੜਾ ਹੈ ਮੈਥ ਅਤੇ ਵਾਤਾਵਰਨ ਆ ਜਾਂਦਾ ਜੀ, ਔਰ SST ਦੇ ਵਿੱਚ ਜਿਹੜਾ ਸਿੱਖ ਹਿਸਟਰੀ ਜੋਗਰਾਫੀ ਆ ਜਾਂਦੀ ਹੈ ਜੀ। ਸੋ ਅੱਜ ਜਿਹੜਾ ਹੈ ਆਪਾਂ ਡਿਸਕਸ ਕਰਾਂਗੇ ਪੀਐਸਟੈਟ 1 ਔਰ 2 ਦੇ ਲਈ CDP ਪੰਜਾਬੀ ਅਤੇ ਇੰਗਲਿਸ਼, ਜੋ ਤਿੰਨਾਂ ਦੇ ਕਾਮਨ ਸਬਜੈਕਟ ਨੇ, ਉਸ ਦਾ ਜਿਹੜਾ ਸਿਲੇਬਸ ਹੈ ਜੀ, ਔਰ ਕਿਹੜੀਆਂ ਇੰਪੋਰਟੈਂਟ ਬੁੱਕਸ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਅਸੀਂ ਤਿਆਰੀ ਕਰ ਸਕਦੇ ਹਾਂ, ਔਰ ਕਿਸ ਤਰੀਕੇ ਦੇ ਨਾਲ ਅਸੀਂ ਤਿਆਰੀ ਕਰਕੇ ਜਿਹੜਾ ਪੇਪਰ ਹੈ ਉਹ ਕਲੀਅਰ ਕਰ ਸਕਦੇ ਹਾਂ ਜੀ। ਸੋ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਨੂੰ ਸਿਲੇਬਸ ਪਤਾ ਹੋਣਾ ਚਾਹੀਦਾ, ਉਸ ਸਿਲੇਬਸ ਦੇ ਅਕੋਰਡਿੰਗ ਅਸੀਂ ਤਿਆਰੀ ਕਰਾਂਗੇ ਤਾਂ ਹੀ ਜਿਹੜਾ ਸਾਡਾ ਐਗਜ਼ਾਮ ਹੈ ਜਿਹੜਾ ਉਹ ਕਲੀਅਰ ਹੋਏਗਾ ਜੀ। ਔਰ ਇਸ ਤੋਂ ਇਲਾਵਾ ਦੱਸ ਦਈਏ ਕਿ ਕਾਫੀ ਜ਼ਿਆਦਾ ਬਿਲਕੁਲ ਸਿਲੇਬਸ ਦੇ ਅਕੋਰਡਿੰਗ CDP ਦੀਆਂ, SST ਦੀਆਂ, EVS ਦੀਆਂ, ਪੰਜਾਬੀ ਦੀਆਂ ਵੀਡੀਓ ਅਪਲੋਡ ਨੇ ਜੋ ਕਾਫੀ ਹੈਲਪਫੁਲ ਨੇ ਤੁਹਾਡੀ ਪੀਐਸਟੈਟ ਦੀ ਪ੍ਰੈਪਰੇਸ਼ਨ ਦੇ ਲਈ, ਔਰ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਆਪਣੀ ਤਿਆਰੀ ਉਹ ਕਰ ਸਕਦੇ ਹੋ। ਸਟਾਰਟ ਕਰਦੇ ਹਾਂ ਜੀ। ਸਿਲੇਬਸ ਸਭ ਤੋਂ ਪਹਿਲਾਂ ਹੈ ਜੀ ਕਨਸੈਪਟ ਆਫ ਡਿਵੈਲਪਮੈਂਟ ਐਂਡ ਇਟਸ ਰਿਲੇਸ਼ਨਸ਼ਿਪ ਵਿਦ ਲਰਨਿੰਗ। ਸੋ ਵਿਕਾਸ ਦਾ ਜਿਹੜਾ ਕਨਸੈਪਟ ਹੈ ਔਰ ਉਹਦਾ ਸਿੱਖਣ ਦੇ ਨਾਲ ਕੀ ਸੰਬੰਧ ਹੈ। ਦੂਸਰਾ ਟੌਪਿਕ ਹੈ ਜੀ ਪ੍ਰਿੰਸੀਪਲ ਆਫ ਡਿਵੈਲਪਮੈਂਟ ਆਫ ਚਾਈਲਡ, ਬੱਚੇ ਦੇ ਵਿਕਾਸ ਦੇ ਸਿਧਾਂਤ ਜਿਹੜੇ ਨੇ ਜੀ ਉਹ ਹੈ ਡਿਸਕਸ ਨੇ ਜੀ। ਇਹ ਵੀਡੀਓ ਸਾਰੀਆਂ ਅਪਲੋਡ ਨੇ ਕਿਉਂਕਿ ਸਿਲੇਬਸ ਜਿਹੜਾ ਸੇਮ ਹੈ ਲਾਸਟ ਈਅਰ ਦਾ, ਇਸ ਕਰਕੇ ਸਾਰੀਆਂ ਵੀਡੀਓ ਪਹਿਲਾਂ ਹੀ ਅਪਲੋਡ ਨੇ, ਉਹ ਤੁਸੀਂ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋ। ਤੀਸਰਾ ਟੌਪਿਕ ਹੈ ਜੀ ਇਨਫਲੂਐਂਸ ਆਫ ਹੈਰੀਡਿਟੀ ਐਂਡ ਇਨਵਾਇਰਮੈਂਟ। ਸੋ ਵੰਸ਼ ਦਾ ਅਤੇ ਵਾਤਾਵਰਨ ਦਾ ਬੱਚੇ ਦੇ ਵਿਕਾਸ 'ਤੇ ਕੀ ਪ੍ਰਭਾਵ ਪੈਂਦਾ ਜੀ। ਉਸ ਤੋਂ ਅੱਗੇ ਜੀ ਸੋਸ਼ਲਾਈਜੇਸ਼ਨ ਜਿਹੜਾ ਹੈ ਪ੍ਰੋਸੈਸ, ਸੋਸ਼ਲ ਵਰਲਡ ਐਂਡ ਚਿਲਡਰਨ, ਟੀਚਰ, ਪੇਰੈਂਟਸ ਐਂਡ ਪੀਅਰਸ। ਸੋ ਸਮਾਜੀਕਰਨ ਦਾ ਜਿਹੜਾ ਪ੍ਰੋਸੈਸ ਹੈ ਔਰ ਉਸ ਦੇ ਵਿੱਚ ਅਧਿਆਪਕ ਦਾ, ਮਾਪਿਆਂ ਦਾ ਔਰ ਬੱਚਿਆਂ ਦੇ ਜਿਹੜੇ ਪੀਅਰ ਗਰੁੱਪ ਨੇ ਸੇਮ ਏਜ ਦੇ, ਬੱਚੇ ਤੋਂ ਬੱਚਾ ਜਿਹੜਾ ਸਿੱਖਦਾ ਉਹਨਾਂ ਦਾ ਸਮਾਜੀਕਰਨ 'ਤੇ ਕੀ ਪ੍ਰਭਾਵ ਹੈ ਜੀ। ਅੱਗੇ ਜੀ ਪਿਆਜੇ, ਕੋਲਬਰਗ, ਵੈਗੋਸਟਕੀ, ਇਹਨਾਂ ਦੀ ਥਿਊਰੀਜ਼ ਨੇ ਜੀ, ਡਿਟੇਲ ਦੇ ਵਿੱਚ ਅਪਲੋਡ ਨੇ, ਔਰ ਇਹਨਾਂ ਦਾ ਜਿਹੜਾ ਕੰਸਟਰਕਟ ਐਂਡ ਕ੍ਰਿਟੀਕਲ ਪਰਸਪੈਕਟਿਵ। ਸੋ ਇਹਨਾਂ ਦੀ ਥਿਊਰੀ ਦੇ ਨਾਲ ਪਿਆਜੇ ਦੀ ਥਿਊਰੀ ਬਹੁਤ ਇੰਪੋਰਟੈਂਟ ਹੈ, ਡਿਟੇਲ ਦੇ ਵਿੱਚ ਅਪਲੋਡ ਹੈ। ਕੋਲਬਰਗ ਦੀ, ਵੈਗੋਸਟਕੀ ਦੀ, ਇਹਨਾਂ ਸਾਰੀਆਂ ਥਿਊਰੀਆਂ ਦੇ ਵਿੱਚੋਂ ਜਿਹੜਾ ਹੈ ਲਗਭਗ 5 ਕੁਐਸਚਨ ਜਿਹੜੇ ਨੇ ਇਹਨਾਂ ਥਿਊਰੀਜ਼ ਦੇ ਵਿੱਚੋਂ ਜ਼ਰੂਰ ਆਉਂਦੇ ਨੇ ਜੀ। ਸੋ ਬਹੁਤ ਇੰਪੋਰਟੈਂਟ ਨੇ, ਔਰ ਡਿਸਕਸ ਦੁਬਾਰਾ ਵੀ ਕਰਕੇ ਜਿਹੜਾ ਅਪਲੋਡ ਕਰਾਂਗੇ ਜੀ MCQs ਦੇ ਰੂਪ ਦੇ ਵਿੱਚ, ਡਿਟੇਲ ਦੇ ਵਿੱਚ ਅਪਲੋਡ ਹੈ ਜੀ ਵੀਡੀਓ ਪਹਿਲਾਂ ਹੀ। ਅੱਗੇ ਜੀ ਕਨਸੈਪਟ ਆਫ ਚਾਈਲਡ ਸੈਂਟਰ ਐਂਡ ਪ੍ਰੋਗਰੈਸਿਵ ਐਜੂਕੇਸ਼ਨ। ਸੋ ਬੱਚੇ 'ਤੇ ਕੇਂਦਰਿਤ ਹੈ ਜੀ ਆਧੁਨਿਕ ਸਿੱਖਿਆ, ਉਸ ਦੇ ਨਾਲ ਰਿਲੇਟਡ ਕੁਐਸਚਨ। ਅੱਗੇ ਜੀ ਕ੍ਰਿਟੀਕਲ ਪਰਸਪੈਕਟਿਵ ਆਫ ਕੰਸਟਰਕਟ ਆਫ ਇੰਟੈਲੀਜੈਂਸ। ਸੋ ਬੁੱਧੀ ਦੇ ਨਾਲ ਰਿਲੇਟਡ ਜਿਹੜਾ ਹੈ ਬੁੱਧੀ ਦਾ ਕਨਸੈਪਟ ਕੀ ਹੈ। ਔਰ ਅੱਗੇ ਹੈ ਮਲਟੀ ਡਿਮੈਂਸ਼ਨਲ ਇੰਟੈਲੀਜੈਂਸ, ਯਾਨੀ ਕਿ ਬਹੁ ਪੱਖੀ ਜਿਹੜੀ ਬੁੱਧੀ ਹੈ ਉਹ। ਲੈਂਗੁਏਜ ਐਂਡ ਥਾਟਸ। ਸੋ ਬੱਚਿਆਂ ਦੇ ਵਿੱਚ ਭਾਸ਼ਾ ਦਾ ਅਤੇ ਵਿਚਾਰਾਂ ਦਾ ਜਿਹੜਾ ਕਿਸ ਤਰ੍ਹਾਂ ਵਿਕਾਸ ਹੁੰਦਾ ਹੈ, ਉਸ ਦੇ ਨਾਲ ਰਿਲੇਟਡ ਕੁਐਸਚਨ ਹੋਣਗੇ ਇਸ ਦੇ ਵਿੱਚ। ਜੈਂਡਰ ਐਜ਼ ਏ ਸੋਸ਼ਲ ਕੰਸਟਰਕਟ, ਜੈਂਡਰ ਰੋਲਸ, ਜੈਂਡਰ ਬੇਸਿਸ ਐਂਡ ਐਜੂਕੇਸ਼ਨਲ ਪ੍ਰੈਕਟਿਸ। ਸੋ ਜੈਂਡਰ ਦਾ, ਲਿੰਗ ਦਾ ਕੀ ਪ੍ਰਭਾਵ ਹੈ ਜੀ, ਉਸ ਦੇ ਨਾਲ ਰਿਲੇਟਡ ਕੁਐਸਚਨ। ਇੰਡੀਵਿਜੂਅਲ ਡਿਫਰੈਂਸ। ਸੋ ਵਿਅਕਤੀ ਤੋਂ ਵਿਅਕਤੀ ਜਿਹੜੀ ਭਿੰਨਤਾ ਹੈ ਲਰਨਰਸ ਦੇ ਵਿੱਚ, ਅੰਡਰਸਟੈਂਡਿੰਗ ਦੇ ਵਿੱਚ, ਉਸ ਦੇ ਨਾਲ ਰਿਲੇਟਡ ਕੁਐਸਚਨ ਹੋਣਗੇ। ਇੰਡੀਵਿਜੂਅਲ ਡਿਫਰੈਂਸ ਅਮੰਗ ਲਰਨਰਸ, ਅੰਡਰਸਟੈਂਡਿੰਗ ਡਿਫਰੈਂਸ ਬੇਸਡ ਆਫ ਡਾਇਵਰਸਿਟੀ ਆਫ ਲੈਂਗੁਏਜ, ਕਾਸਟ, ਜੈਂਡਰ, ਕਮਿਊਨਿਟੀ, ਰਿਲੀਜਨ ਐਕਟ ਦਾ ਜਿਹੜਾ ਹੈ ਇਹਨਾਂ ਦਾ ਜਿਹੜਾ ਕੀ ਪ੍ਰਭਾਵ ਹੈ ਜੀ ਬੱਚੇ ਦੀ ਲਰਨਿੰਗ 'ਤੇ। ਅੱਗੇ ਹੈ ਜੀ ਡਿਸਟਿੰਗਸ ਬਿਟਵੀਨ ਅਸੈਸਮੈਂਟ ਆਫ ਲਰਨਿੰਗ, ਲਰਨਿੰਗ assessment of learning, school based assessment, continuous and comprehension evaluation, perspective and practice। ਸੋ ਇਹ ਜਿਹੜਾ ਹੈ ਸਿੱਖਣ ਦੀ ਜਿਹੜੀ ਹੈ ਅਸੈਸਮੈਂਟ ਹੈ ਔਰ ਉਹ ਲਰਨਿੰਗ ਦੇ ਨਾਲ ਉਹਦਾ ਕੀ ਆਪਾਂ ਕਹਿ ਸਕਦੇ ਹਾਂ ਕਿ ਲਰਨਿੰਗ ਦੇ ਨਾਲ ਕਿਸ ਤਰ੍ਹਾਂ ਉਹ ਜੁੜੀ ਹੋਈ ਹੈ, ਕੀ ਫ਼ਰਕ ਹੈ ਦੋਨਾਂ ਦੇ ਵਿੱਚ। ਸਕੂਲ ਬੇਸਡ ਅਸੈਸਮੈਂਟ ਕੀ ਹੈ, ਕੰਟੀਨਿਊਸ ਐਂਡ ਕੰਪਰੀਹੈਂਸ਼ਨ ਜਿਹੜਾ ਐਵੈਲੂਏਸ਼ਨ ਹੈ, ਮੁਲਾਂਕਣ ਹੈ, ਉਹ ਕੀ ਹੈ। ਅੱਗੇ ਹੈ ਜੀ ਫਾਰਮੂਲੇਸ਼ਨ ਐਪਰੀਸ਼ੀਏਟ ਕੁਐਸਚਨ ਆਫ ਅਸੈਸਿੰਗ ਰੈਡੀਨੈਸ ਲੈਵਲ ਆਫ ਲਰਨਰ ਐਂਡ ਈਚਿੰਗ ਲਰਨਿੰਗ ਆਫ ਕ੍ਰਿਟੀਕਲ ਥਿੰਕਿੰਗ ਇਨ ਦਾ ਕਲਾਸਰੂਮ ਐਂਡ ਅਸੈਸਿੰਗ ਲਰਨਰ ਅਚੀਵਮੈਂਟ। ਸੋ ਲਰਨਰ ਦੀਆਂ ਅਚੀਵਮੈਂਟ ਨੂੰ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਜਿਹੜਾ ਹੈ ਦੇਖ ਸਕਦੇ ਹਾਂ,
ਔਰ ਕ੍ਰਿਟੀਕਲ ਉਹਦੇ ਕਲਾਸਰੂਮ ਦੇ ਨਾਲ ਰਿਲੇਟਡ ਜਿਹੜੇ ਹੈ ਕ੍ਰਿਟੀਕਲ ਥਿੰਕਿੰਗ ਇਨ ਦਾ ਕਲਾਸਰੂਮ। ਸੋ ਬੱਚੇ ਦੀ ਜਿਹੜੀ ਆਲੋਚਨਾਤਮਕ ਸੋਚ ਹੈ ਕਲਾਸਰੂਮ ਦੇ ਵਿੱਚ ਉਸ ਦੇ ਨਾਲ ਰਿਲੇਟਡ ਕੁਐਸਚਨ ਹੋਣਗੇ ਜੀ। ਅੱਗੇ ਹੈ ਜੀ ਕਨਸੈਪਟ ਆਫ ਇਨਕਲੂਸਿਵ ਐਜੂਕੇਸ਼ਨ, ਸਮਾਵੇਸ਼ੀ ਸਿੱਖਿਆ ਜਿਹਨੂੰ ਆਪਾਂ ਕਹਿੰਦੇ ਹਾਂ, ਔਰ ਅੰਡਰਸਟੈਂਡ ਚਿਲਡਰਨ ਵਿਦ ਸਪੈਸ਼ਲ ਨੀਡ। ਸੋ ਜਿਹੜੇ ਸਪੈਸ਼ਲ ਲੋੜਾਂ ਵਾਲੇ ਬੱਚੇ ਨੇ, ਜਿਸ ਤਰ੍ਹਾਂ ਕੋਈ ਬੱਚੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਉਸ ਦੇ ਨਾਲ ਰਿਲੇਟਡ ਕੁਐਸਚਨ ਹੋਣਗੇ, ਜਿਸ ਦੇ ਵਿੱਚ ਹੈ ਅਡਰੈਸਿੰਗ ਲਰਨਰ ਫਰੋਮ diverse background including disadvantaged and deprived। ਸੋ ਬੱਚੇ ਦੇ ਵਿੱਚ ਜਿਹੜੇ ਬੈਕਗਰਾਊਂਡ ਦੇ ਨਾਲ ਰਿਲੇਟਡ ਉਸ ਦੇ ਵਿੱਚ ਅੰਤਰ ਨੇ, ਔਰ ਅਡਰੈਸਿੰਗ ਦ ਨੀਡ ਆਫ ਚਿਲਡਰਨ ਵਿਦ ਲਰਨਿੰਗ ਡਿਫੀਕਲਟਸ ਇੰਪਲੀਮੈਂਟ ਐਕਟਸ, ਬੱਚੇ ਦੀਆਂ ਜ਼ਰੂਰਤਾਂ ਦੇ ਨਾਲ ਸੰਬੰਧਿਤ ਕੁਐਸਚਨ, ਔਰ ਅਡਰੈਸਿੰਗ ਦਾ ਟੈਲੈਂਟ ਕ੍ਰੀਏਟਿਵ ਸਪੈਸ਼ਲ ਐਬਲਡ ਲਰਨਰ। ਸੋ ਜਿਹੜੇ ਸਪੈਸ਼ਲ ਬੱਚੇ ਨੇ, ਕ੍ਰੀਏਟਿਵ ਬੱਚੇ ਨੇ, ਰਚਨਾਤਮਕ ਬੱਚੇ ਨੇ, ਟੈਲੈਂਟਡ ਬੱਚੇ ਨੇ, ਉਹਨਾਂ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਹੋਣਗੇ, ਜਿਸ ਤਰ੍ਹਾਂ ਬੱਚੇ ਕਿਸ ਤਰ੍ਹਾਂ ਦੇ ਜਿਹੜੇ ਸਿੱਖਦੇ ਨੇ। ਸੋ ਇੱਦਾਂ ਦੇ ਜਿਹੜੇ ਲਰਨਰ ਦੇ ਨਾਲ ਰਿਲੇਟਡ, ਉਹਨਾਂ ਦੀ ਬੈਕਗਰਾਊਂਡ ਦੇ ਨਾਲ ਰਿਲੇਟਡ ਇਸ ਦੇ ਵਿੱਚ ਕੁਐਸਚਨ ਹੋਣਗੇ। ਲਰਨਿੰਗ ਐਜ਼ ਪੈਡਾਗੋਜੀ ਜੀ, ਇਸ ਦੇ ਵਿੱਚ ਆਏਗਾ ਜੀ ਹਾਊ ਚਿਲਡਰਨ ਥਿੰਕ ਐਂਡ ਲਰਨ, ਹਾਊ ਐਂਡ ਵਾਈ ਚਿਲਡਰਨ ਫੇਲ ਟੂ ਅਚੀਵ ਸਕਸੈਸ ਇਨ ਸਕੂਲ ਪਰਫਾਰਮੈਂਸ। ਸੋ ਬੱਚੇ ਕਿਸ ਤਰ੍ਹਾਂ ਸੋਚਦੇ ਨੇ ਔਰ ਬੱਚੇ ਜਿਹੜੇ ਫੇਲ ਕਿਉਂ ਹੋ ਜਾਂਦੇ ਨੇ ਜਿਹੜੀ ਹੈ ਸਕੂਲ ਪਰਫਾਰਮੈਂਸ ਦੇ ਵਿੱਚ ਉਸ ਨੂੰ ਅਚੀਵ ਕਰਨ ਦੇ ਵਿੱਚ। ਬੇਸਿਕ ਪ੍ਰੋਸੈਸ ਆਫ ਟੀਚਿੰਗ ਐਂਡ ਲਰਨਿੰਗ, ਸਿੱਖਣ ਸਿਖਾਉਣ ਦੇ ਜਿਹੜੇ ਬੇਸਿਕ ਪ੍ਰੋਸੈਸ ਹੈ। ਚਿਲਡਰਨ ਸਟ੍ਰੈਟਜੀਜ਼ ਆਫ ਲਰਨਿੰਗ, ਲਰਨਿੰਗ ਐਜ਼ ਅ ਸੋਸ਼ਲ ਐਕਟੀਵਿਟੀ, ਸੋਸ਼ਲ ਕੰਟੈਕਸਟ ਆਫ ਲਰਨਿੰਗ। ਸੋ ਇਸ ਦੇ ਨਾਲ ਰਿਲੇਟਡ ਕੁਐਸਚਨ ਹੋਣਗੇ। ਅੱਗੇ ਹੈ ਜੀ ਚਾਈਲਡ ਐਜ਼ ਅ ਪ੍ਰੋਬਲਮ ਸੋਲਵਰ। ਸੋ ਬੱਚਾ ਕਿਸ ਤਰ੍ਹਾਂ ਜਿਹੜੇ ਆ ਪ੍ਰੋਬਲਮ ਸੋਲਵਰ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਹੈ। ਔਰ ਸਾਇੰਟੀਫਿਕ ਇਨਵੈਸਟੀਗੇਟਰ, ਬੱਚਾ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਵਾਲਾ ਹੈ, ਔਰ ਇੱਕ ਸਾਇੰਟੀਫਿਕ ਜਿਹੜਾ ਇਨਵੈਸਟੀਗੇਟਰ ਹੈ ਜੀ। ਇਸ ਦੇ ਨਾਲ ਰਿਲੇਟਡ ਕੁਐਸਚਨ। ਅਗਲਾ ਟੌਪਿਕ ਹੈ ਜੀ ਅਲਟਰਨੇਟਿਵ ਕਨਸੈਪਟ ਆਫ ਲਰਨਿੰਗ ਇਨ ਚਿਲਡਰਨ, ਅੰਡਰਸਟੈਂਡਿੰਗ ਚਿਲਡਰਨਸ ਐਰਰ ਐਂਡ ਸਿਗਨੀਫਿਕੈਂਟ ਸਟੈਪ ਇਨ ਦਾ ਲਰਨਿੰਗ ਪ੍ਰੋਸੈਸ ਜੀ। ਅੱਗੇ ਜੀ ਕੋਗਨੀਸ਼ਨ ਐਂਡ ਇਮੋਸ਼ਨ। ਸੋ ਜਿਹੜਾ ਇਮੋਸ਼ਨ ਦੇ ਨਾਲ ਰਿਲੇਟਡ ਮੋਟੀਵੇਸ਼ਨ ਐਂਡ ਲਰਨਿੰਗ, ਲਰਨਿੰਗ ਦੇ ਵਿੱਚ ਮੋਟੀਵੇਸ਼ਨ ਦੀ, ਪ੍ਰੇਰਨਾ ਦੀ ਕੀ ਭੂਮਿਕਾ ਹੈ। ਫੈਕਟਸ ਕੰਟਰੀਬਿਊਟਿੰਗ ਟੂ ਲਰਨਿੰਗ, ਪਰਸਨਲ ਐਂਡ ਇਨਵਾਇਰਮੈਂਟ ਜੀ। ਸੋ ਇਸ ਦੇ ਨਾਲ ਜਿਹੜੇ ਇਹਨਾਂ ਟੌਪਿਕਸ ਦੇ ਨਾਲ ਰਿਲੇਟਡ ਕੁਐਸਚਨ ਹੋਣਗੇ। ਲੈਂਗੁਏਜ ਦੀ ਗੱਲ ਕਰਾਂਗੇ ਜੀ। ਲੈਂਗੁਏਜ ਦੇ ਵਿੱਚ ਪੰਜਾਬੀ ਦੇ ਵਿੱਚ ਕੀ ਹੈ ਜੀ ਲੈਂਗੁਏਜ ਕੰਪਰੀਹੈਂਸ਼ਨ, ਜਿਸ ਦੇ ਵਿੱਚ ਰੀਡਿੰਗ ਅਨਸੀਨ ਪੈਸੇਜ ਜੀ। ਪੰਜਾਬੀ ਦੇ ਵਿੱਚ 2 ਅਨਸੀਨ ਪੈਸੇਜ ਹੋਣਗੇ, ਉਸ ਦੇ ਵਿੱਚੋਂ ਕੁਐਸਚਨ ਹੋਣਗੇ 2 ਪੈਸੇਜ, 1 ਪ੍ਰੋਜ਼ 1 ਡਰਾਮਾ ਐਂਡ 1 ਪੋਇਮ ਵਿਦ ਕੁਐਸਚਨ ਔਨ ਕੰਪਰੀਹੈਂਸ਼ਨ, ਇਨਫਰੈਂਸ, ਗ੍ਰਾਮਰ ਐਂਡ ਵਰਬਲ ਐਬਿਲਿਟੀ। ਸੋ ਉਸ ਦੇ ਵਿੱਚੋਂ ਗ੍ਰਾਮਰ ਦੇ ਨਾਲ ਰਿਲੇਟਡ ਕੁਐਸਚਨ ਵਗੈਰਾ ਹੋਣਗੇ। 2 ਪੈਰਾਗ੍ਰਾਫ ਦੇ ਵਿੱਚੋਂ ਜਿਹੜੇ ਗ੍ਰਾਮਰ ਨਾਲ ਰਿਲੇਟਡ ਜਾਂ ਪੈਰਾਗ੍ਰਾਫ ਦੇ ਵਿੱਚੋਂ ਜਿਹੜੇ ਕੁਐਸਚਨ ਨੇ ਉਹ ਹੋਣਗੇ। ਅੱਗੇ ਹੈ ਜੀ ਪੈਡਾਗੋਜੀ ਆਫ ਲੈਂਗੁਏਜ ਡਿਵੈਲਪਮੈਂਟ, ਲਰਨਿੰਗ ਐਂਡ ਐਕੁਏਸ਼ਨ, ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ, role of listening and speaking, function of language and how children use it as a tool। ਸੋ ਭਾਸ਼ਾ ਦੇ ਕੀ ਫੰਕਸ਼ਨ ਨੇ, ਔਰ ਸਭ ਤੋਂ ਪਹਿਲਾਂ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ। ਸੋ ਭਾਸ਼ਾ ਨੂੰ ਪੜ੍ਹਾਉਣ ਦੇ ਕਿਹੜੇ ਜਿਹੜੇ ਸਿਧਾਂਤ ਨੇ, ਔਰ ਸੁਣ ਅਤੇ ਬੋਲਣ ਦਾ ਜਿਹੜਾ ਹੈ ਕੀ ਰੋਲ ਹੈ, ਔਰ ਬੱਚੇ ਜਿਹੜੇ ਨੇ ਭਾਸ਼ਾ ਨੂੰ ਇੱਕ ਸਾਧਨ ਦੇ ਤੌਰ 'ਤੇ, ਟੂਲ ਦੇ ਤੌਰ 'ਤੇ ਕਿਵੇਂ ਵਰਤਦੇ ਨੇ। critical perspective on the role of grammar in learning a language for communicating idea verbally or in written। ਸੋ ਜਿਹੜਾ ਹੈ ਵਰਬਲੀ ਅਤੇ ਰਿਟਨ ਦੇ ਵਿੱਚ ਗ੍ਰਾਮਰ ਦੀ ਕੀ ਭੂਮਿਕਾ ਹੈ ਇੱਕ ਲਰਨਰ ਦੇ ਸਿੱਖਣ ਦੇ ਵਿੱਚ। ਚੈਲੰਜ ਆਫ ਟੀਚਿੰਗ ਲੈਂਗੁਏਜ ਇਨ ਡਿਵਰਸ ਕਲਾਸਰੂਮ। ਸੋ ਵਿਭਿੰਨਤਾ ਭਰੇ ਕਲਾਸਰੂਮ ਦੇ ਵਿੱਚ ਜਿਹੜਾ ਹੈ ਭਾਸ਼ਾ ਪੜ੍ਹਾਉਣ ਦੇ ਕਿਹੜੇ ਚੈਲੰਜ ਨੇ, ਔਰ ਲੈਂਗੁਏਜ ਡਿਫੀਕਲਟਸ ਕਿਹੜੀਆਂ ਨੇ, ਐਰਰ ਕਿਹੜੇ ਨੇ, ਡਿਸਆਰਡਰਸ ਕਿਹੜੇ ਨੇ। ਇਸ ਦੇ ਨਾਲ ਰਿਲੇਟਡ ਕੁਐਸਚਨ। ਲੈਂਗੁਏਜ ਸਕਿੱਲ ਦੇ ਵਿੱਚੋਂ ਆਊਗਾ ਜੀ ਐਵੈਲੂਏਸ਼ਨ, ਲੈਂਗੁਏਜ ਕੰਪਰੀਹੈਂਸ਼ਨ ਐਂਡ ਪ੍ਰੋਫੀਸ਼ੈਂਸੀ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਅਗਲਾ ਟੌਪਿਕ ਹੈ ਜੀ ਟੀਚਿੰਗ ਲਰਨਿੰਗ ਮਟੀਰੀਅਲ, ਟੈਕਸਟ ਬੁੱਕਸ, ਮਲਟੀਮੀਡੀਆ, ਅੱਗੇ ਹੈ ਜੀ ਮਲਟੀ ਲੈਂਗੁਏਜ ਰਿਸੋਰਸ ਆਫ ਕਲਾਸਰੂਮ, ਰਿਮੀਡੀਅਲ ਟੀਚਿੰਗ, ਯਾਨੀ ਕਿ ਉਪਚਾਰਾਤਮਕ ਸਿੱਖਿਆ ਕੀ ਹੈ। ਸੋ ਇਹ ਜਿਹੜੇ ਟੌਪਿਕ ਹੋਣਗੇ ਦੇ ਪੰਜਾਬੀ ਦੇ ਵਿੱਚ ਜੀ। ਇਸੇ ਤਰ੍ਹਾਂ ਇੰਗਲਿਸ਼ ਲੈਂਗੁਏਜ ਦੇ ਵਿੱਚ ਹੈ ਜੀ ਕੰਪਰੀਹੈਂਸ਼ਨ ਹੈ ਜੀ, 2 ਅਨਸੀਨ ਪ੍ਰੋਜ਼ ਪੈਸੇਜ ਹੋਣਗੇ ਵਿਦ ਕੁਐਸਚਨ ਔਨ ਕੰਪਰੀਹੈਂਸ਼ਨ, ਗ੍ਰਾਮਰ ਐਂਡ ਵਰਬਲ ਐਬਿਲਿਟੀ ਜੀ। ਸੋ ਕੰਪਰੀਹੈਂਸ਼ਨ ਦੇ ਨਾਲ ਰਿਲੇਟਡ, ਗ੍ਰਾਮਰ ਦੇ ਨਾਲ ਰਿਲੇਟਡ ਦੋਨੋਂ ਪੈਸੇਜ ਦੇ ਵਿੱਚੋਂ ਕੁਐਸਚਨ ਹੋਣਗੇ।
ਲਰਨਿੰਗ ਐਂਡ ਐਕੁਏਸ਼ਨ ਸੇਮ ਹੈ ਜੀ, ਉਹੀ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ, ਰੋਲ ਆਫ ਲਿਸਨਿੰਗ ਐਂਡ ਸਪੀਕਿੰਗ, ਫੰਕਸ਼ਨ ਆਫ ਲੈਂਗੁਏਜ ਐਂਡ ਹਾਊ ਚਿਲਡਰਨ ਯੂਜ਼ ਇਟ ਐਜ਼ ਏ ਟੂਲ, ਕ੍ਰਿਟੀਕਲ ਪਰਸਪੈਕਟਿਵ ਔਨ ਦਾ ਰੋਲ ਆਫ ਗ੍ਰਾਮਰ ਇਨ ਲਰਨਿੰਗ। ਸੋ ਗ੍ਰਾਮਰ ਦੇ ਵਿੱਚੋਂ ਜਿਹੜੇ ਹੈ ਕੁਐਸਚਨ ਹੋਣਗੇ, ਗ੍ਰਾਮਰ ਦੀ ਕੀ ਭੂਮਿਕਾ ਹੈ। ਚੈਲੰਜ ਆਫ ਟੀਚਿੰਗ ਲੈਂਗੁਏਜ ਇਨ ਡਿਵਰਸ ਕਲਾਸਰੂਮ, ਲੈਂਗੁਏਜ ਡਿਫੀਕਲਟੀ, ਐਰਰ ਐਂਡ ਡਿਸਆਰਡਰ, ਲੈਂਗੁਏਜ ਸਕਿੱਲਸ, evaluation, language comprehension, proficiency, listening, speaking, reading and writing ਦੇ ਨਾਲ ਰਿਲੇਟਡ ਕੁਐਸਚਨ ਹੋਣਗੇ। ਬੱਚੇ ਕਿਸ ਤਰ੍ਹਾਂ ਜਿਹੜਾ ਹੈ ਸੁਣਨਾ ਕੀ ਹੈ, ਔਰ ਰੀਡਿੰਗ ਜਿਸ ਤਰ੍ਹਾਂ, ਔਰ ਰਾਈਟਿੰਗ ਔਰ ਸਪੀਕਿੰਗ ਇਸ ਦੇ ਨਾਲ ਰਿਲੇਟਡ ਕੁਐਸਚਨ। ਔਰ ਟੀਚਿੰਗ ਅੱਗੇ ਜੀ, ਟੀਚਿੰਗ ਲਰਨਿੰਗ ਮਟੀਰੀਅਲ, ਟੈਕਸਟ ਬੁੱਕ, ਮਲਟੀਮੀਡੀਆ, ਮਲਟੀ ਲੈਂਗੁਏਜ ਰਿਸੋਰਸ ਆਫ ਕਲਾਸਰੂਮ ਔਰ ਰਿਮੀਡੀਅਲ ਟੀਚਿੰਗ। ਸੋ ਇਸ ਦੇ ਵਿੱਚੋਂ ਜਿਹੜੇ ਹੈ ਜਿਸ ਤਰ੍ਹਾਂ ਟੈਕਸਟ ਬੁੱਕ ਦੇ ਨਾਲ ਰਿਲੇਟਡ ਮਲਟੀਮੀਡੀਆ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ, ਇਸ ਦੇ ਨਾਲ ਰਿਲੇਟਡ ਕੁਐਸਚਨ, ਔਰ ਰਿਮੀਡੀਅਲ ਕੋਚਿੰਗ ਦੀ ਟੀਚਿੰਗ ਦੀ ਕੀ ਭੂਮਿਕਾ ਹੈ, ਇਸ ਦੇ ਨਾਲ ਰਿਲੇਟਡ ਕੁਐਸਚਨ ਹੋਣਗੇ ਜੀ। ਸੋ ਅਸੀਂ ਜੀ ਸਿਲੇਬਸ ਔਰ SST ਦਾ ਅਸੀਂ ਸਿਲੇਬਸ ਜਿਹੜਾ ਅਲੱਗ ਵੀਡੀਓ ਦੇ ਵਿੱਚ, ਔਰ ਉਸ ਦੇ ਨਾਲ ਰਿਲੇਟਡ ਜਿਹੜੀਆਂ ਇੰਪੋਰਟੈਂਟ ਬੁੱਕ ਨੇ ਅਲੱਗ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਇਸ ਦੇ ਨਾਲ ਰਿਲੇਟਡ ਕਿਹੜੀਆਂ ਬੁੱਕਸ ਜਿਹੜੀਆਂ ਹੈਲਪ ਕਰ ਸਕਦੀਆਂ ਨੇ ਸਾਡੀਆਂ ਇਹਨਾਂ ਦੀ ਤਿਆਰੀ ਦੇ ਲਈ, ਉਹ ਡਿਸਕਸ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਜੀ ਬੁੱਕਸ CDP ਦੇ ਨਾਲ ਰਿਲੇਟਡ। ਜਿਹੜੀ ਸਭ ਤੋਂ ਮੈਨੂੰ ਇੰਪੋਰਟੈਂਟ ਬੁੱਕ ਲੱਗੀ ਹੈ, ਜਿਸ ਦੇ ਵਿੱਚੋਂ ਆਪਾਂ ਸਾਰਾ ਸਿਲੇਬਸ ਜਿਹੜਾ ਲਗਭਗ ਕਵਰ ਹੁੰਦਾ ਜੀ, ਉਸ ਦੇ ਲਈ ਆਪਾਂ ਜਿਹੜੀ ਬੁੱਕ ਲੈ ਸਕਦੇ ਹਾਂ ਜੀ, ਉੱਨਤ ਸਿੱਖਿਆ ਮਨੋਵਿਗਿਆਨ ਹੈ ਜੀ, ਐਡਵਾਂਸ ਐਜੂਕੇਸ਼ਨਲ ਸਾਈਕੋਲੋਜੀ, ਡਾਕਟਰ SK ਮੰਗਲ ਦੀ ਬੁੱਕ ਹੈ ਜੀ। ਸੋ ਇਸ ਦੇ ਵਿੱਚੋਂ ਆਪਣਾ ਜਿਹੜਾ ਲਗਭਗ ਸਾਰਾ ਸਿਲੇਬਸ ਹੈ ਉਹ ਕਵਰ ਹੁੰਦਾ ਜੀ ਡਿਟੇਲ ਦੇ ਵਿੱਚ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ, ਟੰਡਨ ਪਬਲੀਕੇਸ਼ਨ ਲੁਧਿਆਣਾ ਦੀ ਬੁੱਕ ਹੈ ਜੀ। ਵਿਸ਼ਾ ਵਸਤੂ ਦੀ ਇਹਦੇ ਵਿੱਚ ਗੱਲ ਕਰਦੇ ਹਾਂ ਤਾਂ ਸਟਾਰਟਿੰਗ ਤੋਂ ਲੈ ਕੇ ਮਨੋਵਿਗਿਆਨ, ਅਰਥ ਪ੍ਰਕਿਰਤੀ, ਕਾਰਜ ਖੇਤਰ, ਇਸ ਦੇ ਵਿੱਚ ਸਾਰੇ ਜਿਹੜੇ ਆਪਣਾ ਇਸ ਨੂੰ ਆਪਾਂ ਰੀਡ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਹੈ ਮਨੋਵਿਗਿਆਨ ਕੀ ਹੈ, ਸਿੱਖਿਆ ਮਨੋਵਿਗਿਆਨ ਦੀਆਂ ਵਿਧੀਆਂ, ਮਨੋਵਿਗਿਆਨ ਦੀਆਂ ਪ੍ਰਣਾਲੀਆਂ ਜਾਂ ਸਕੂਲ ਅਤੇ ਉਹਨਾਂ ਦਾ ਸਿੱਖਿਆ 'ਤੇ ਪ੍ਰਭਾਵ। ਸੋ ਇਹ ਜਿਹੜੇ ਟੌਪਿਕ ਦੇ ਵਿੱਚ ਆਪਣਾ ਸਾਰਾ ਆ ਜਾਊਗਾ ਜੀ ਕਾਫੀ ਸਿਲੇਬਸ। ਔਰ ਇਸ ਤੋਂ ਇਲਾਵਾ ਜਿਹੜਾ ਹੈ ਅਲੱਗ-ਅਲੱਗ ਜਿਹੜੀਆਂ ਆਪਾਂ ਨੂੰ ਥਿਊਰੀਜ਼ ਨੇ, ਉਹ ਵੀ ਇਸ ਦੇ ਵਿੱਚ ਆਪਾਂ ਨੂੰ ਮਿਲ ਜਾਣਗੀਆਂ ਜੀ। ਸਾਰੀਆਂ ਥਿਊਰੀਜ਼ ਜਿਹੜੀਆਂ ਨੇ, ਜਿਵੇਂ ਪਿਆਜੇ ਦਾ ਵਿਕਾਸ, ਪਿਆਜੇ ਆਪਣੇ ਸਿਲੇਬਸ ਦੇ ਵਿੱਚ ਹੈ, ਪਿਆਜੇ ਦਾ ਵਿਕਾਸੀ ਮਨੋਵਿਗਿਆਨ ਦਾ ਸਿੱਖਿਆ 'ਤੇ ਪ੍ਰਭਾਵ ਜੀ, ਉਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ, ਥਿਊਰੀਜ਼ ਨੇ, ਉਹ ਮਿਲ ਜਾਣਗੀਆਂ ਜੀ। ਔਰ ਇਸ ਤੋਂ ਇਲਾਵਾ ਜਿਹੜਾ ਹੈ ਸਿੱਖਿਆ ਪ੍ਰਕਿਰਤੀ ਦੇ ਸਿਧਾਂਤ, ਉਸ ਦੇ ਵਿੱਚ ਸਾਰੇ ਜਿਹੜੇ ਆਪਾਂ ਨੂੰ ਕਾਫੀ ਜ਼ਿਆਦਾ, ਜਿਵੇਂ ਥਾਰਨਡਾਈਕ ਦੀ ਥਿਊਰੀ ਹੈ ਸਿੱਖਣ ਦੇ ਵਿੱਚ, ਆਪਣਾ ਕਲਾਸੀਕਲ ਅਨੁਕਲ ਸਿਧਾਂਤ, ਜਿੰਨੇ ਵੀ ਹੈਗੇ ਨੇ ਸਿੱਖਣ ਦੇ ਨਾਲ ਸੰਬੰਧਿਤ, ਟ੍ਰਾਇਲ ਐਂਡ ਐਰਰ ਥਿਊਰੀ, ਸਾਰੀਆਂ ਆਪਣੇ ਸਿਲੇਬਸ ਦੇ ਵਿੱਚ ਨੇ। ਇਸ ਦੇ ਵਿੱਚੋਂ ਕੁਐਸਚਨ ਜਿਹੜੇ ਆਉਂਦੇ ਨੇ, ਔਰ ਇਹ ਸਾਨੂੰ ਆਪਾਂ ਨੂੰ ਲਗਭਗ ਜਿਹੜਾ ਸਾਰਾ ਸਿਲੇਬਸ ਹੈ ਇਸ ਦੇ ਵਿੱਚੋਂ ਮਿਲ ਜੂਗਾ ਜੀ। ਇਹ ਬੁੱਕ ਤੁਸੀਂ ਲੈ ਸਕਦੇ ਹੋ। ਬੁੱਧੀ ਆਪਣੇ ਸਿਲੇਬਸ ਦੇ ਵਿੱਚ ਹੈ, ਇੰਟੈਲੀਜੈਂਸੀ, ਔਰ ਇਸ ਦੇ ਨਾਲ ਰਿਲੇਟਡ ਇਸ ਨੂੰ ਡਿਟੇਲ ਦੇ ਵਿੱਚ ਪੜ੍ਹਨ ਦੇ ਲਈ ਬੁੱਕ ਲੈ ਸਕਦੇ ਆ। MCQs ਇਹਦੇ ਵਿੱਚੋਂ ਖੁਦ ਆਪਾਂ ਨੂੰ ਬਣਾਉਣੇ ਪੈਣਗੇ। MCQs ਵਾਲੀ ਜਿਹੜੀ ਬੁੱਕ ਹੈ ਜਿਹੜੀ ਉਹ ਨਹੀਂ ਮਿਲੂਗੀ। ਸੋ ਅੱਗੇ ਜੀ ਇਮੋਸ਼ਨ ਐਂਡ ਇਮੋਸ਼ਨਲ ਇੰਟੈਲੀਜੈਂਸੀ, ਇਹ ਵੀ ਆਪਣੇ ਸਿਲੇਬਸ ਦੇ ਵਿੱਚ ਹੈ ਜੀ। ਔਰ ਕ੍ਰੀਏਟਿਵ ਬੱਚੇ ਕੀ ਨੇ ਜਾਂ ਕ੍ਰੀਏਟੀਵਿਟੀ ਕੀ ਆ, ਆਪਾਂ ਪੜ੍ਹ ਚੁੱਕੇ ਹਾਂ। ਸਧਾਰਨ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਰਿਲੇਟਡ, ਔਰ ਲਰਨਿੰਗ ਡਿਸੇਬਿਲਟੀ, ਇਸ ਦੇ ਨਾਲ ਰਿਲੇਟਡ ਜਿਹੜੇ ਨੇ ਕੁਐਸਚਨ ਇਸ ਦੇ ਵਿੱਚੋਂ ਤੁਹਾਨੂੰ ਪੜ੍ਹਨ ਨੂੰ ਮਿਲ ਜਾਣਗੇ ਜੀ। ਔਰ ਇਸ ਤੋਂ ਇਲਾਵਾ ਜਿਹੜਾ ਹੈ ਅੱਗੇ ਗੱਲ ਕਰ ਲੈਂਦੇ ਹਾਂ ਜੀ ਆਪਾਂ ਪੰਜਾਬੀ ਦੀ। ਪੰਜਾਬੀ ਭਾਸ਼ਾ ਦੇ ਲਈ ਤੁਸੀਂ ਜਿਹੜਾ ਤੁਹਾਨੂੰ ਸਾਰਾ ਸਿਲੇਬਸ ਮਿਲ ਜੂਗਾ। ਇੰਦਰਦੇਵ ਨੰਦਰਾ ਦੀ ਬੁੱਕ ਹੈ ਜੀ, ਉਸ ਦੇ ਵਿੱਚੋਂ। ਸੋ ਇੱਕ ਬੁੱਕ ਹੀ ਦੱਸਾਂਗਾ। ਵੈਸੇ ਸਾਈਕੋ ਦੇ ਲਈ ਤੁਸੀਂ ਜਿਹੜਾ ਹੈ JS ਵਾਲੀਆ ਦੀ ਵੀ ਬੁੱਕ ਜਿਹੜੀ ਆ ਲੈ ਸਕਦੇ ਹੋ ਜੀ। ਸਾਈਕੋਲੋਜੀ ਦੀ ਆਪਾਂ ਗੱਲ ਕਰ ਰਹੇ, ਉਸ ਦੇ ਵਿੱਚ ਮਨ ਐਂਡ ਮਨ ਦੀ ਵੀ ਬੁੱਕ ਹੈ, ਪਰ ਮੈਨੂੰ ਸਭ ਤੋਂ ਵਧੀਆ ਜਿਹੜੀ ਲੱਗੀ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕਾ। ਔਰ ਪੰਜਾਬੀ ਦੇ ਵਿੱਚ ਡਾਕਟਰ ਇੰਦਰਦੇਵ ਨੰਦਰਾ ਦੀ ਬੁੱਕ ਜਿਹੜੀ ਹੈ, ਉਸ ਦੇ ਵਿੱਚੋਂ ਸਾਰਾ ਜਿਹੜਾ ਸਿਲੇਬਸ ਹੈ ਆਪਣਾ ਲਗਭਗ ਕਵਰ ਹੁੰਦਾ ਹੈ। ਔਰ ਡਿਟੇਲ ਦੇ ਲਈ ਸਾਰੀਆਂ ਬੁੱਕਸ ਨੇ ਜੀ। ਜੇ ਤੁਸੀਂ ਪੜ੍ਹਨਾ ਚਾਹੋ ਤਾਂ ਕਾਫੀ ਸਮਾਂ ਚਾਹੀਦਾ ਇਹਨਾਂ ਨੂੰ ਪੜ੍ਹਨ ਲਈ। ਜਿਸ ਤਰ੍ਹਾਂ ਸਮਾਂ ਘੱਟ ਹੈ ਤਾਂ ਉਸ ਦੇ ਲਈ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੀ ਤੁਸੀਂ ਬੁੱਕ ਜਿਹੜੀ ਆ ਉਹ ਲੈ ਸਕਦੇ ਹੋ ਜੀ। ਪਰ ਡਿਟੇਲ ਦੇ ਵਿੱਚ ਜੇਕਰ ਪੜ੍ਹਨਾ ਚਾਹੁੰਦੇ ਤਾਂ ਇਸ ਦੇ ਵਿੱਚ ਇਹ ਸਾਰਾ ਦਿੱਤਾ ਹੋਇਆ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਦੇਖ ਸਕਦੇ ਹੋ ਕਿ ਸਾਰਾ ਆਪਣਾ ਸਿਲੇਬਸ ਜਿਹੜਾ ਜੋ ਵੀ ਆਪਾਂ ਡਿਸਕਸ ਕੀਤਾ ਉਹ ਉਸ ਨੂੰ ਜਿਹੜਾ ਹੈ ਕਵਰ ਕਰਦੇ ਆ। ਔਰ ਸਭ ਤੋਂ ਇੰਪੋਰਟੈਂਟ 10th ਕਲਾਸ ਦੀ PSEB ਦੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਵਿਆਕਰਨ ਦੀ ਬੁੱਕ ਹੈ, ਉਹ ਲੈ ਕੇ ਜ਼ਰੂਰ ਪੜ੍ਹ ਲੈਣਾ ਜੀ। ਔਰ BA ਦੀਆਂ ਬੁੱਕਸ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਰਾਈਟਰ ਨੇ ਉਹਨਾਂ ਦੀਆਂ ਪੋਇਮਸ ਜ਼ਰੂਰ ਇੱਕ ਵਾਰੀ ਪੜ੍ਹ ਲੈਣਾ, ਕਿਉਂਕਿ ਪੋਇਮਸ ਦਾ ਪ੍ਰੋਜ਼ ਦਾ ਰਾਈਟਰ ਵੀ ਜਿਹੜਾ ਹੈ, ਜਾਂ ਪੈਰਾਗ੍ਰਾਫ ਦਾ ਜਿਹੜਾ ਰਾਈਟਰ ਵੀ ਪੁੱਛਿਆ ਜਾਂਦਾ ਜੀ। ਉਸ ਦੇ ਲਈ ਤੁਸੀਂ BA ਲੈਵਲ ਦੀਆਂ ਜਿਹੜੀਆਂ ਬੁੱਕਸ ਨੇ ਉਹ ਪੜ੍ਹ ਸਕਦੇ ਹੋ ਜੀ। ਔਰ ਜੇਕਰ ਤੁਸੀਂ ਇੱਕ ਕੋਈ ਬੁੱਕ ਲੈਣਾ ਚਾਹੋ ਤਾਂ 21st ਸੈਂਚੁਰੀ ਪਬਲੀਕੇਸ਼ਨ ਦੀ ਹੈ PSTET ਦੀ ਬੁੱਕ, PSTET 1 ਔਰ 2 ਦੇ ਦੋਨੋਂ ਦੇ ਲਈ ਜਿਹੜੀ ਮਿਲ ਜੂਗੀ, ਜਿਸ ਦੇ ਵਿੱਚ ਸਾਰੇ ਸਬਜੈਕਟ ਹੋਣਗੇ ਜੀ। ਸਪੈਸ਼ਲ PSTET ਦੀ ਬੁੱਕ ਹੈ,
ਜਿਸ ਦੇ ਵਿੱਚ ਪੇਪਰ 1 ਔਰ 2 ਦੀ ਵੀ ਤੁਹਾਨੂੰ ਮਿਲ ਜੂਗੀ SST ਦੀ ਜਾਂ ਉਹਦੀ। ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣਗੇ ਜੀ, ਵਿਦ MCQs ਵੀ ਨੇ, ਡਿਟੇਲ ਦੇ ਵਿੱਚ ਵੀ ਇਹਦੇ ਵਿੱਚ ਕਾਫੀ ਕੁਝ ਜਿਹੜਾ ਹੈ ਦਿੱਤਾ ਹੋਇਆ ਜੀ। ਇਹਨਾਂ ਬੁੱਕਸ ਤੋਂ ਇਲਾਵਾ ਜਿਹੜਾ ਇੰਗਲਿਸ਼ ਵਾਸਤੇ ਵੀ ਤੁਸੀਂ ਜਿਹੜਾ ਹੈ ਗ੍ਰਾਮਰ 10th ਲੈਵਲ ਦੀ ਜ਼ਰੂਰ ਪੜ੍ਹ ਲੈਣੀ ਹੈ ਜੀ। 10th ਲੈਵਲ ਤੱਕ ਦੀ ਜਿਹੜੀ ਗ੍ਰਾਮਰ ਹੈ ਉਸ ਦੇ ਵਿੱਚੋਂ ਕੁਐਸਚਨ ਜਿਹੜੇ ਨੇ ਆ ਸਕਦੇ ਨੇ। ਔਰ ਇਸ ਤੋਂ ਇਲਾਵਾ ਤੁਸੀਂ CTET ਦੀਆਂ ਜਿੰਨੀਆਂ ਵੀ ਹੁਣ ਤੱਕ ਪੇਪਰ ਹੋਏ ਨੇ ਜੀ, ਸੋ CTET ਦੇ ਜਿਹੜੇ ਪੇਪਰ ਹੋਏ ਨੇ ਉਹ ਪੜ੍ਹ ਸਕਦੇ ਹੋ। ਔਰ ਪਿਛਲੇ 10 ਸਾਲਾਂ ਦੇ ਜਿਹੜੇ ਪੇਪਰਾਂ ਦੀ ਇੱਕ ਬੁੱਕ ਮਿਲ ਜਾਂਦੀ ਹੈ ਜੀ, ਜਿਵੇਂ ਵਿਦਿਅਕ ਦੂਤ ਹੈ ਇੱਕ ਬੁੱਕ ਦਾ ਨਾਮ, ਔਰ ਇਸ ਤੋਂ ਇਲਾਵਾ ਹੋਰ ਵੀ ਕਈ ਰਾਈਟਰਸ ਦੀਆਂ ਬੁੱਕਸ ਨੇ ਜਿਹੜੀਆਂ ਪਿਛਲੇ 10 ਸਾਲਾਂ ਦੇ ਜਿਹਦੇ ਵਿੱਚ ਪੇਪਰ ਨੇ, ਉਹ ਤੁਸੀਂ ਲੈ ਕੇ ਪੜ੍ਹ ਸਕਦੇ ਹੋ। ਉਸ ਦੇ ਰਾਹੀਂ ਜਿਹੜੀ ਤਿਆਰੀ ਕਰ ਸਕਦੇ ਹੋ, ਕਿਉਂਕਿ ਕਈ ਜਿਹੜੇ ਕੁਐਸਚਨ ਨੇ ਉਹ ਪਿਛਲੇ ਸਾਲਾਂ ਦੇ ਰਿਪੀਟਡ ਕੁਐਸਚਨ ਹੀ ਆਉਂਦੇ ਨੇ ਜੀ। ਔਰ ਜ਼ਿਆਦਾ ਬੁੱਕਸ ਤਾਂ ਕਰਕੇ ਨਹੀਂ ਇਸ ਵੀਡੀਓ ਦੇ ਵਿੱਚ ਦੱਸੀਆਂ ਕਿਉਂਕਿ ਸਮਾਂ ਬਹੁਤ ਥੋੜ੍ਹਾ ਜਿਹਾ, ਆਪਾਂ ਨੂੰ ਪਤਾ 22 ਕੁ ਦਿਨ ਹੀ ਬਾਕੀ ਨੇ, ਤਾਂ ਉਸ ਦੇ ਲਈ ਜਿਹੜਾ ਤੁਸੀਂ ਇਹ ਕਿਤਾਬਾਂ ਲੈ ਕੇ ਪੜ੍ਹ ਸਕਦੇ ਹੋ ਜੀ। ਸੋ SST ਦੀ ਲਈ ਜਿਹੜੇ ਹੈ ਨੈਕਸਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੰਪੋਰਟੈਂਟ ਬੁੱਕਸ ਜਿਹੜੀਆਂ ਨੇ ਉਹ ਦੱਸਾਂਗੇ ਜੀ। ਪਰ ਜੇਕਰ ਤੁਹਾਡੇ ਕੋਲ ਕੋਈ CTET ਦੀਆਂ ਬੁੱਕਸ ਪਈਆਂ ਨੇ ਅਰਿਹੰਤ ਦੀਆਂ, ਉਸ ਦੇ ਵਿੱਚੋਂ ਵੀ ਆਪਣਾ ਜਿਹੜਾ ਸਾਰਾ ਸਿਲੇਬਸ ਹੈ ਉਹ ਕਵਰ ਹੁੰਦਾ। ਹਿੰਦੀ ਮੀਡੀਅਮ ਦੇ ਵਿੱਚ ਬੁੱਕ ਹੈ ਜੀ, ਪਰ ਸਾਰਾ ਸਿਲੇਬਸ ਜਿਹੜਾ ਉਹ ਕਵਰ ਕਰਦੇ ਜੀ। ਅਰਿਹੰਤ ਦੀ CTET ਦੇ ਲਈ ਹਿੰਦੀ ਮੀਡੀਅਮ 'ਚ ਬੁੱਕ ਹੈ, ਉਹ ਵੀ ਤੁਸੀਂ ਉਸ ਦੇ ਲਈ ਖਰੀਦ ਸਕਦੇ ਹੋ ਜੀ, ਜਿਸ ਦੇ ਵਿੱਚ ਸਾਰਾ ਸਿਲੇਬਸ ਟੌਪਿਕ ਵਾਈਜ਼ ਜਿਹੜੇ ਕੁਐਸਚਨ ਨੇ ਤੁਹਾਨੂੰ ਮਿਲ ਜਾਣਗੇ ਜੀ। ਸੋ 3 ਚੀਜ਼ਾਂ ਨੇ ਜੀ ਇੱਥੇ ਯਾਦ ਰੱਖਣੀਆਂ। ਇੱਕ ਤਾਂ ਜਿਹੜੀਆਂ ਬੁੱਕਸ ਦੱਸੀਆਂ ਨੇ, ਜੇਕਰ ਤੁਸੀਂ ਚਾਹੋ ਤਾਂ ਇਹ ਲੈ ਕੇ ਪੜ੍ਹ ਸਕਦੇ ਹੋ ਜੀ, ਜਾਂ ਜਿਹੜੀ ਹੈ 21st ਸੈਂਚੁਰੀ ਦੀ PSTET ਲਈ ਸਪੈਸ਼ਲ ਬੁੱਕ ਹੈ, ਉਹਨੂੰ ਐਜ਼ ਏ ਸਿਲੇਬਸ ਆਪਾਂ ਰੱਖ ਸਕਦੇ ਹਾਂ ਕਿ ਮਤਲਬ ਆਪਾਂ ਨੂੰ ਇੱਕ ਆਈਡੀਆ ਹੋ ਜਾਂਦਾ ਕਿ ਇਸ ਟੌਪਿਕ ਦੇ ਵਿੱਚੋਂ ਇਹ ਜਿਹੜਾ ਸਿਲੇਬਸ ਹੈ ਉਸ ਦੇ ਵਿੱਚੋਂ ਕੁਐਸਚਨ ਆ ਸਕਦੇ ਨੇ। ਬਾਕੀ ਜਿਹੜਾ ਹੈ ਤੁਸੀਂ ਡਿਟੇਲ ਦੇ ਲਈ ਜੇਕਰ ਜਿਹੜੀ ਤੁਹਾਨੂੰ ਬੁੱਕ ਦੱਸੀ ਹੈ ਜੀ ਪੰਜਾਬੀ ਦੇ ਲਈ, ਜਿਵੇਂ ਡਾਕਟਰ ਇੰਦਰਦੇਵ ਨੰਦਰਾ ਦੀ ਹੈ, ਔਰ CDP ਦੇ ਲਈ SK ਮੰਗਲ ਦੀ ਬੁੱਕ ਹੈ ਜੀ। ਇਹ ਡਾਕਟਰ SK ਮੰਗਲ ਦੀ ਇਹ ਬੁੱਕ ਹੈ, ਕਾਫੀ ਹੈਲਪਫੁਲ ਹੈ ਜੀ। ਔਰ ਇਸ ਤੋਂ ਇਲਾਵਾ CTET ਦੇ ਲਾਸਟ ਪ੍ਰੀਵੀਅਸ ਈਅਰ ਜਿੰਨੇ ਵੀ ਪੇਪਰ ਹੋਏ ਨੇ ਉਹਦੇ ਲਈ ਬੁੱਕ ਲੈ ਸਕਦੇ ਹੋ, R ਗੁਪਤਾ ਦੀ ਆਉਂਦੀ ਹੈ। ਔਰ PSTET ਦੇ ਲਈ ਵਿਦਿਅਕ ਦੂਤ ਨਾਂ ਦੀ ਇੱਕ ਬੁੱਕ ਹੈ ਜੀ, ਜਿਹੜੀ ਆਪਣੀ ਕਾਫੀ ਜਿਹੜੀ ਹੈਲਪ ਹੈ ਉਹ ਕਰ ਸਕਦੀ ਹੈ। ਉਸ ਦੇ ਵਿੱਚੋਂ ਪ੍ਰੀਵੀਅਸ ਈਅਰ ਦੇ ਪੇਪਰ, ਕਿਉਂਕਿ ਪਿਛਲੇ ਸਾਲਾਂ ਦਾ ਕਾਫੀ ਜਿਹੜਾ ਪੇਪਰ ਹੈ ਉਹ ਪਿਛਲੇ ਸਾਲਾਂ 'ਚੋਂ ਕੁਐਸਚਨ ਜਿਹੜੇ ਨੇ ਉਹ ਆਉਂਦੇ ਨੇ ਜੀ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਜੀ।